Hello everyone, this is Gurdeep. Welcome to my YouTube channel UPSC Success. ਅੱਜ ਆਪਾਂ ਇਸ ਵੀਡੀਓ ਦੇ ਵਿੱਚ ਲੈਟੀਟਿਊਡਸ, ਲੌਂਗੀਟਿਊਡ, ਸੀਜ਼ਨ ਤੇ ਇੰਟਰਨੈਸ਼ਨਲ ਡੇਟਲਾਈਨ ਕਵਰ ਕਰਨੇ ਆ। ਸੋ ਫਸਟ ਆਫ ਆਲ ਆਪਾਂ ਜਾਣਦੇ ਹਾਂ ਕਿ ਅਰਥ ਦੀ ਸ਼ੇਪ ਕਿਹੜੀ ਆ। ਦੀ ਸ਼ੇਪ ਆਫ ਅਰਥ ਇਜ਼ ਜਿਓਇਡ। ਅਰਥ ਦੀ ਸ਼ੇਪ ਕਿਹੜੀ ਆ? ਜਿਓਇਡ। ਕਿਉਂਕਿ ਇਹ ਨਾਰਥ ਪੋਲ ਤੇ ਸਾਊਥ ਪੋਲ ਤੋਂ ਕੀ ਆ? ਫਲੈਟਨਡ ਆ ਤੇ ਸੈਂਟਰ 'ਚ ਕੀ ਹੋਈ ਪਈ ਆ? ਬਲਜ ਆਊਟ ਹੋਈ ਪਈ ਆ। ਨਾਰਥ ਤੇ ਸਾਊਥ ਪੋਲ ਤੇ ਕੀ ਆ? ਫਲੈਟਨਡ ਤੇ ਸੈਂਟਰ 'ਚ ਕੀ ਹੋਈ ਪਈ ਆ? ਆਪਣੇ ਕੋਲ ਬਲਜ ਆਊਟ ਹੋਈ ਪਈ ਆ। ਇਸ ਲਈ ਇਹਨੂੰ ਆਪਾਂ ਨੇ ਕੀ ਨਾਮ ਦਿੱਤਾ? ਜਿਓਇਡ। ਅੱਗੇ ਆਪਾਂ ਦੇਖਦੇ ਹਾਂ ਕਿ ਲੈਟੀਟਿਊਡਸ ਤੇ ਲੌਂਗੀਟਿਊਡਸ ਦੀ ਆਪਣੇ ਕੋਲ ਕੀ ਇੰਪੋਰਟੈਂਸ ਆ। ਲੈਟੀਟਿਊਡਸ ਤੇ ਲੌਂਗੀਟਿਊਡਸ ਆਪਾਂ ਨੂੰ ਕੀ ਡਿਟਰਮਾਈਨ ਕਰਦੇ ਨੇ? ਲੋਕੇਸ਼ਨ। ਆਪਾਂ ਨੇ ਅਰਥ ਤੇ ਕਿਤੇ ਵੀ ਜਾਣਾ ਹੋਵੇ, ਕਿਸੇ ਵੀ ਕੰਟਰੀ ਦੇ ਵਿੱਚ ਜਾਣਾ ਹੋਵੇ ਜਾਂ ਕਿਸੇ ਵੀ ਸਿਟੀ ਦੇ ਵਿੱਚ ਜਾਣਾ ਹੋਵੇ ਤਾਂ ਆਪਾਂ ਨੂੰ ਲੋਕੇਸ਼ਨ ਡਿਟਰਮਾਈਨ ਕਰਨ ਦੇ ਵਿੱਚ ਕੀ ਹੈਲਪ ਕਰਦਾ? ਲੈਟੀਟਿਊਡਸ ਐਂਡ ਲੌਂਗੀਟਿਊਡਸ। ਇਹ ਆਪਾਂ ਨੂੰ ਲੋਕੇਸ਼ਨ ਡਿਟਰਮਾਈਨ ਕਰਨ ਵਿੱਚ ਹੈਲਪ ਕਰਦੇ ਨੇ। ਲੈਟੀਟਿਊਡਸ ਦੀ ਐਗਜ਼ੈਕਟ ਡੈਫੀਨੇਸ਼ਨ ਕੀ ਹੈ ਆਪਣੇ ਕੋਲੇ? Latitude is the angular distance of a point on the Earth's surface, measured in degrees from the center of the Earth, also known as parallels. ਆ ਵੇਖੋ ਆ ਆਪਣੇ ਕੋਲ ਇਕੁਏਟਰ ਆ। ਇਕੁਏਟਰ ਕੀ ਹੁੰਦਾ? ਇੱਕ ਇਮੈਜਨਰੀ ਲਾਈਨ ਆ ਜਿਹੜੀ ਕਿ ਅਰਥ ਨੂੰ ਟੂ ਇਕੁਅਲ ਹਾਫਸ ਦੇ ਵਿੱਚ ਕੀ ਕਰਦੀ ਆ? ਡਿਵਾਈਡ ਕਰਦੀ ਆ। ਉਹਨਾਂ ਨੂੰ ਆਪਾਂ ਕੀ ਨਾਮ ਦੇ ਦਿੰਦੇ ਆ? ਨਦਰਨ ਹੈਮੀਸਫੇਅਰ ਤੇ ਸਦਰਨ ਹੈਮੀਸਫੇਅਰ। ਇਕੁਏਟਰ ਆਪਣੇ ਕੋਲ ਕੀ ਹੈ? ਇੱਕ ਇਮੈਜਨਰੀ ਲਾਈਨ ਆ ਜਿਹੜੀ ਅਰਥ ਨੂੰ ਇਕੁਅਲ ਹਾਫਸ ਦੇ ਵਿੱਚ ਕੀ ਕਰਦੀ ਹੈ? ਡਿਵਾਈਡ ਕਰਦੀ ਆ, ਨਦਰਨ ਹੈਮੀਸਫੇਅਰ ਤੇ ਸਦਰਨ ਹੈਮੀਸਫੇਅਰ ਦੇ ਵਿੱਚ। ਆਪਣੇ ਲੈਟੀਟਿਊਡਸ ਦੀ ਕੀ ਡੈਫੀਨੇਸ਼ਨ ਪੜ੍ਹੀ ਆ? ਜਿਹੜਾ ਅਰਥ ਦਾ ਸੈਂਟਰ ਆ, ਅਰਥ ਦਾ ਸੈਂਟਰ ਕਿੱਥੇ ਹੁੰਦਾ? ਕੋਰ 'ਚ। ਆ ਰਹੀ ਆਪਣੇ ਕੋਲੇ ਕੋਰ। ਜੇ ਆਪਾਂ ਇਸ ਤੋਂ ਕੋਈ ਵੀ ਲਾਈਨ ਇਸ ਦੀ ਸਰਫੇਸ ਤੇ ਡਰਾਅ ਕਰੀਏ ਤਾਂ ਉਹ ਆਪਾਂ ਨੂੰ ਕੀ ਦਿੰਦਾ? ਲੈਟੀਟਿਊਡ ਦਿੰਦਾ। ਜਿਵੇਂ ਕਿ ਉਰੇ ਆਪਣੇ ਕੋਲੇ ਆਹ ਵਾਲੀ ਲਾਈਨ ਆ, ਇਹ ਕਿਹੜੀ ਆਪਣੇ ਕੋਲ ਕਿਹੜਾ ਲੈਟੀਟਿਊਡ ਦੇ ਰਹੀ ਆ? 15 ਡਿਗਰੀ। ਦੈਨ ਨੈਕਸਟ ਹੈਗੀ ਆਪਣੇ ਕੋਲ 30 ਡਿਗਰੀ, 45, 60। ਇੱਦਾਂ ਕਰਕੇ ਆਪਣੇ ਕੋਲ ਇਹ 90 ਡਿਗਰੀ ਨਾਰਥ ਤੇ 90 ਡਿਗਰੀ ਸਾਊਥ ਦਿੰਦੇ ਆ ਆਪਣੇ ਕੋਲੇ ਲੈਟੀਟਿਊਡਸ ਨੇ ਜਿਹੜੇ। ਇੰਪੋਰਟੈਂਟ ਲੈਟੀਟਿਊਡਸ ਕਿਹੜੇ ਕਿਹੜੇ ਨੇ ਆਪਣੇ ਕੋਲੇ? ਟ੍ਰੋਪਿਕ ਆਫ ਕੈਂਸਰ 23.5 ਡਿਗਰੀ ਨਾਰਥ ਤੇ ਲਾਈ ਕਰਦਾ। ਟ੍ਰੋਪਿਕ ਆਫ ਕੈਪਰੀਕॉर्न 23.5 ਡਿਗਰੀ ਸਾਊਥ ਤੇ ਲਾਈ ਕਰਦਾ। ਆਰਕਟਿਕ ਸਰਕਲ 66.5 ਡਿਗਰੀ ਨਾਰਥ, ਅੰਟਾਰਕਟਿਕ ਸਰਕਲ 66.5 ਡਿਗਰੀ ਸਾਊਥ ਤੇ ਲਾਈ ਕਰਦਾ। ਲੈਟੀਟਿਊਡ ਨੂੰ ਆਪਾਂ ਕੰਸੈਂਟਰਿਕ ਸਰਕਲਸ ਵੀ ਕਹਿ ਦਿੰਦੇ ਆ ਕਿਉਂਕਿ ਇਹਨਾਂ ਦਾ ਜਿਹੜਾ ਸੈਂਟਰ ਆ ਉਹ ਕੀ ਹੁੰਦਾ? ਸੇਮ ਹੁੰਦਾ ਆਪਣੇ ਕੋਲੇ। ਆਪਾਂ ਵੇਖਿਆ ਨਾ ਉੱਪਰ ਡਾਇਗਰਾਮ ਦੇ ਵਿੱਚ, ਕੋਰ ਤੋਂ ਆਪਾਂ ਕੋਈ ਵੀ ਲਾਈਨ ਉਸ ਦੀ ਸਰਫੇਸ ਤੇ ਡਰਾਅ ਕਰਦੇ ਹਾਂ ਤਾਂ ਉਹ ਆਪਾਂ ਨੂੰ ਕੀ ਦਿੰਦਾ? ਲੈਟੀਟਿਊਡ ਦਿੰਦਾ। ਉਹ ਆਪਾਂ ਨੂੰ ਐਂਗੂਲਰ ਡਿਸਟੈਂਸ ਦਿੰਦਾ ਜੋ ਕਿ ਆਪਾਂ ਨੂੰ ਲੈਟੀਟਿਊਡ ਦੱਸਦਾ ਕਿ ਇੰਨੇ ਡਿਗਰੀ ਦਾ ਇਹ ਲੈਟੀਟਿਊਡ ਆ। ਹੁਣ ਆਪਾਂ ਅੱਗੇ ਕਰਦੇ ਹਾਂ ਜ਼ੋਨਸ। ਲੈਟੀਟਿਊਡ ਜਿਹੜੇ ਟ੍ਰੋਪਿਕ ਆਫ ਕੈਂਸਰ ਤੇ ਟ੍ਰੋਪਿਕ ਆਫ ਕੈਪਰੀਕॉर्न ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਆਪਾਂ ਕਿਹੜੀ ਜ਼ੋਨ ਕਹਿੰਦੇ ਆ? ਟੋਰਿਡ ਜ਼ੋਨ, ਜਾਂ ਉਹਨਾਂ ਨੂੰ ਆਪਾਂ ਟ੍ਰੋਪੀਕਲ ਏਰੀਆ ਵੀ ਕਹਿ ਦਿੰਦੇ ਆ। ਕਿਉਂ ਕਹਿੰਦੇ ਆ? ਕਿਉਂਕਿ ਇੱਥੇ ਜਿਹੜੀਆਂ ਸਨ ਰੇਜ਼ ਨੇ ਉਹ ਡਾਇਰੈਕਟਲੀ ਫਾਲ ਕਰਦੀਆਂ ਨੇ, ਵਰਟੀਕਲੀ ਫਾਲ ਕਰਦੀਆਂ ਨੇ ਤੇ ਜਿਹੜਾ ਉਹ ਰੀਜਨ ਆ ਉਹ ਹੀਟ ਸਰਪਲਸ ਰੀਜਨ ਹੋ ਜਾਂਦਾ। ਇਸ ਲਈ ਆਪਾਂ ਉਹਨੂੰ ਕਿਹੜਾ ਨਾਮ ਦਿੱਤਾ? ਟੋਰਿਡ ਜ਼ੋਨ ਦਾ। ਜਿਹੜੇ ਲੈਟੀਟਿਊਡਸ ਆਪਣੇ ਕੋਲ ਟ੍ਰੋਪਿਕ ਆਫ ਕੈਂਸਰ ਤੋਂ ਅਬਵ ਨੇ, ਜਿਵੇਂ ਕਿ ਟ੍ਰੋਪਿਕ ਆਫ ਕੈਂਸਰ ਤੇ ਆਰਕਟਿਕ ਸਰਕਲ ਦੇ ਵਿਚਾਲੇ, ਜਾਂ ਜੇ ਆਪਾਂ ਸਾਊਥ ਦੇ ਵਿੱਚ ਦੇਖੀਏ ਤਾਂ ਟ੍ਰੋਪਿਕ ਆਫ ਕੈਪਰੀਕॉर्न ਤੇ ਅੰਟਾਰਕਟਿਕ ਸਰਕਲ ਦੇ ਵਿਚਾਲੇ, ਉਹਨਾਂ ਨੂੰ ਆਪਾਂ ਨੇ ਕੀ ਨਾਮ ਦਿੱਤਾ? ਟੈਂਪਰੇਟ ਜ਼ੋਨ। ਕਿਉਂਕਿ ਜਿਹੜਾ ਉੱਥੇ ਹੀਟ ਆ ਉਹ ਕੀ ਆ? ਮੋਡਰੇਟ ਟੈਂਪਰੇਚਰ ਆ ਉੱਥੇ ਆਪਣੇ ਕੋਲੇ। ਮੋਡਰੇਟ ਟੈਂਪਰੇਚਰ ਕਰਕੇ ਆਪਾਂ ਨੇ ਕੀ ਨਾਮ ਦਿੱਤਾ ਉਸਨੂੰ? ਟੈਂਪਰੇਟ ਜ਼ੋਨ। ਜਿਹੜੀਆਂ ਸਨ ਰੇਜ਼ ਨੇ ਉਹ ਕੀ ਨੇ? ਉੱਥੇ ਓਬਲੀਕਲੀ ਫਾਲ ਕਰਦੀਆਂ ਨੇ। ਜਿਵੇਂ ਆਪਾਂ ਨੇ ਉੱਪਰ ਦੇਖਿਆ ਸੀ ਨਾ, ਟੋਰਿਡ ਜ਼ੋਨ ਦੇ ਵਿੱਚ ਡਾਇਰੈਕਟਲੀ ਫਾਲ ਕਰਦੀਆਂ ਸੀ, ਇਸ ਦੇ ਵਿੱਚ ਕੀ ਨੇ? ਓਬਲੀਕਲੀ ਫਾਲ ਕਰਦੀਆਂ ਨੇ। ਇਸ ਲਈ ਉੱਥੇ ਜਿਹੜੀ ਹੀਟ ਆ ਉਹ ਇੰਨੀ ਸਰਪਲਸ ਦੇ ਵਿੱਚ ਨਹੀਂ ਹੁੰਦੀ, ਮੋਡਰੇਟ ਟੈਂਪਰੇਚਰ ਰਹਿੰਦੇ ਨੇ। ਇਸ ਲਈ ਆਪਾਂ ਨੇ ਕੀ ਨਾਮ ਦਿੱਤਾ? ਟੈਂਪਰੇਟ ਜ਼ੋਨ। ਜਿਹੜੇ ਲੈਟੀਟਿਊਡਸ ਆਰਕਟਿਕ ਸਰਕਲ ਤੇ ਨਾਰਥ ਪੋਲ ਦੇ ਵਿੱਚ ਆਉਂਦੇ ਨੇ ਜਾਂ ਫਿਰ ਅੰਟਾਰਕਟਿਕ ਸਰਕਲ ਤੇ ਸਾਊਥ ਪੋਲ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਆਪਾਂ ਨੇ ਕੀ ਨਾਮ ਦਿੱਤਾ? ਫ੍ਰੀਜਿਡ ਜ਼ੋਨ। ਕਿਉਂਕਿ ਜਿਹੜਾ ਸਨ ਆ ਉਹ ਅਬਵ ਦੀ ਹੋਰੀਜ਼ੋਨ ਨਹੀਂ ਜਾਂਦਾ, ਤਾਂ ਕਰਕੇ ਉੱਥੇ ਜਿਹੜੀਆਂ ਸਨ ਰੇਜ਼ ਨੇ ਉਹ ਡਾਇਰੈਕਟਲੀ ਫਾਲ ਨਹੀਂ ਕਰਦੀਆਂ, ਫੇਂਟਲੀ ਫਾਲ ਕਰਦੀਆਂ ਨੇ ਤੇ ਜਿਹੜਾ ਉਹ ਰੀਜਨ ਆ ਉਹ ਕੀ ਰਹਿੰਦਾ? ਕੋਲਡ ਰਹਿੰਦਾ, ਠੰਡਾ ਰਹਿੰਦਾ। ਇਸ ਲਈ ਆਪਾਂ ਨੇ ਕੀ ਨਾਮ ਦਿੱਤਾ ਉਸਨੂੰ? ਫ੍ਰੀਜਿਡ ਜ਼ੋਨ। ਨੈਕਸਟ ਹੈਗਾ ਆਪਣੇ ਕੋਲ ਪ੍ਰਾਈਮ ਮੈਰੀਡੀਅਨ। ਪ੍ਰਾਈਮ ਮੈਰੀਡੀਅਨ ਕੀ ਹੁੰਦਾ? 0 ਡਿਗਰੀ ਲੌਂਗੀਟਿਊਡ। ਇਹਨੂੰ ਆਪਾਂ ਗ੍ਰੀਨਵਿਚ ਮੈਰੀਡੀਅਨ ਵੀ ਕਹਿ ਦਿੰਦੇ ਆ। ਇਹ ਲੰਡਨ ਦੇ ਵਿੱਚ ਜਿਹੜੀ ਬ੍ਰਿਟਿਸ਼ ਰਾਇਲ ਆਬਜ਼ਰਵੇਟਰੀ ਆ ਉੱਥੇ ਦੀ ਪਾਸ ਕਰਦਾ, ਇਸ ਲਈ ਇਹਨੂੰ ਆਪਾਂ ਕੀ ਕਹਿ ਦਿੰਦੇ ਆ? ਗ੍ਰੀਨਵਿਚ ਮੈਰੀਡੀਅਨ। ਨੀਚੇ ਆਪਾਂ ਫਿਗਰ ਦੇ ਥਰੂ ਦੇਖਦੇ ਹਾਂ, ਇਸਨੂੰ ਆ ਰਿਹਾ ਆਪਣੇ ਕੋਲ ਗ੍ਰੀਨਵਿਚ ਮੈਰੀਡੀਅਨ। ਇਹਨੂੰ ਆਪਾਂ ਕੀ ਕਹਿ ਦਿੰਦੇ ਆ? 0 ਡਿਗਰੀ ਲੌਂਗੀਟਿਊਡ। ਇਹ ਆਪਾਂ ਨੂੰ 180 ਡਿਗਰੀ ਈਸਟ ਡਿਵਾਈਡ ਕਰਦਾ ਅਰਥ ਨੂੰ ਤੇ 180 ਡਿਗਰੀ ਵੈਸਟ ਦੇ ਵਿੱਚ।
ਇਟ ਇਜ਼ ਡਿਵਾਈਡਡ ਇਨਟੂ 180 ਡਿਗਰੀ ਈਸਟ ਐਂਡ 180 ਡਿਗਰੀ ਵੈਸਟ। ਜਿਹੜਾ ਇਹਦੇ ਪ੍ਰਾਈਮ ਮੈਰੀਡੀਅਨ ਦੇ ਆਪੋਜ਼ਿਟ ਆਪਾਂ ਨੂੰ ਲੌਂਗੀਟਿਊਡ ਮਿਲਦਾ ਉਹ ਕਿਹੜਾ ਹੁੰਦਾ 180 ਡਿਗਰੀ। ਉਸ ਨੂੰ ਆਪਾਂ ਕੀ ਨਾਮ ਦਿੱਤਾ ਹੋਇਆ ਇੰਟਰਨੈਸ਼ਨਲ ਡੇਟ ਲਾਈਨ। ਕੀ ਨਾਮ ਦਿੱਤਾ ਹੋਇਆ ਇੰਟਰਨੈਸ਼ਨਲ ਡੇਟ ਲਾਈਨ। ਆਪਾਂ ਨੂੰ ਪਤਾ ਕਿ ਜਿਹੜੀ ਅਰਥ ਆ ਉਹ ਆਪਣੀ ਐਕਸਿਸ ਤੇ ਵੈਸਟ ਟੂ ਈਸਟ ਰੋਟੇਟ ਕਰਦੀ ਆ, ਤਾਂ ਉਹ 360 ਡਿਗਰੀ ਕਿੰਨੇ ਘੰਟਿਆਂ 'ਚ ਰੋਟੇਟ ਕਰਦੀ ਆ 24 ਘੰਟਿਆਂ ਦੇ ਵਿੱਚ। ਜੇ ਆਪਾਂ 360 ਨੂੰ 24 ਨਾਲ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ 1 ਘੰਟੇ ਦੇ ਵਿੱਚ ਕਿੰਨਾ ਆ ਜਾਊਗਾ 15 ਡਿਗਰੀ ਆ ਜਾਊਗਾ। 15 ਡਿਗਰੀ ਲੌਂਗੀਟਿਊਡ ਆ ਜਿਹੜਾ ਉਹ ਅਰਥ ਰੋਟੇਟ ਕਰਦੀ ਆ 1 ਘੰਟੇ ਦੇ ਵਿੱਚ। ਤੇ 4 ਮਿੰਟ ਦੇ ਵਿੱਚ ਕਿੰਨੇ ਡਿਗਰੀ ਰੋਟੇਟ ਕਰਦੀ ਆ 1 ਡਿਗਰੀ। 1 ਡਿਗਰੀ ਕਿੰਨੇ ਮਿੰਟ ਦੇ ਵਿੱਚ ਰੋਟੇਟ ਕਰਦੀ ਆ ਅਰਥ 4 ਮਿੰਟ ਦੇ ਵਿੱਚ। ਨੈਕਸਟ ਟੌਪਿਕ ਹੈਗਾ ਆਪਣੇ ਕੋਲੇ ਇੰਡੀਅਨ ਸਟੈਂਡਰਡ ਟਾਈਮ। ਹਰੇਕ ਕੰਟਰੀ ਦਾ ਆਪਣਾ ਇੰਡੀਵਿਜੂਅਲੀ ਸਟੈਂਡਰਡ ਟਾਈਮ ਹੁੰਦਾ ਰੱਖਿਆ ਹੋਇਆ। ਆਪਣੇ ਇੰਡੀਆ ਦਾ ਕਿਹੜਾ ਮੈਰੀਡੀਅਨ ਆ 82.5 ਡਿਗਰੀ ਮੈਰੀਡੀਅਨ ਆ, ਜਿਹੜਾ ਕਿ ਮਿਰਜ਼ਾਪੁਰ ਨੀਅਰ ਇਲਾਹਾਬਾਦ ਯੂਪੀ ਦੇ ਵਿੱਚ ਦੀ ਪਾਸ ਹੁੰਦਾ। ਆਪਣਾ ਜਿਹੜਾ ਟਾਈਮ ਡਿਫਰੈਂਸ ਆ ਗ੍ਰੀਨਵਿਚ ਮੈਰੀਡੀਅਨ ਨਾਲੋਂ ਉਹ ਕਿੰਨਾ ਡਿਫਰੈਂਸ ਆ 5.5 ਆਵਰਸ ਅਹੈਡ। ਆਪਣਾ ਗ੍ਰੀਨਵਿਚ ਮੈਰੀਡੀਅਨ ਨਾਲੋਂ 5.5 ਘੰਟੇ ਅੱਗੇ ਆ। ਨੈਕਸਟ ਹੈਗਾ ਆਪਣੇ ਕੋਲ ਚਾਏ ਬਗਾਨ ਟਾਈਮ। ਚਾਏ ਬਗਾਨ ਟਾਈਮ ਕੀ ਆ, ਬ੍ਰਿਟਿਸ਼ਰਸ ਨੇ ਕਲੋਨੀਅਲ ਟਾਈਮ ਤੇ ਜਿਹੜੀਆਂ ਨਾਰਥ ਈਸਟਰਨ ਸਟੇਟਸ ਨੇ ਉਹਨਾਂ ਦਾ ਟਾਈਮ ਆ ਜਿਹੜਾ 1 ਘੰਟਾ ਅੱਗੇ ਰੱਖਿਆ ਸੀ ਬਾਕੀ ਇੰਡੀਅਨ ਸਟੇਟਸ ਨਾਲੋਂ ਟੀ ਪਲਾਂਟਰਸ ਲਈ। ਕਿਉਂਕਿ ਉੱਥੇ ਜਿਹੜਾ ਸਨ ਆ ਉਹ ਜਲਦੀ ਰਾਈਜ਼ ਕਰ ਜਾਂਦਾ ਤੇ ਜਲਦੀ ਹੀ ਕੀ ਕਰ ਜਾਂਦਾ ਛਿਪ ਜਾਂਦਾ, ਇਸ ਲਈ ਉਹਨਾਂ ਨੇ ਨਾਰਥ ਈਸਟਰਨ ਸਟੇਟਸ ਦਾ ਟੀ ਪਲਾਂਟਰਸ ਲਈ 1 ਘੰਟਾ ਅੱਗੇ ਟਾਈਮ ਰੱਖਿਆ ਸੀ। ਇਸ ਦਾ ਇਸ਼ੂ ਚੱਲ ਰਿਹਾ ਸੀ ਰੀਸੈਂਟਲੀ 2007 ਦੇ ਵਿੱਚ ਵੀ ਦੁਬਾਰਾ ਡਿਸਕਸ਼ਨ ਹੋਈ ਸੀ ਕਿ ਆਪਾਂ ਨੂੰ ਦੁਬਾਰਾ ਚਾਏ ਬਗਾਨ ਟਾਈਮ ਲੈ ਕੇ ਆਉਣਾ ਚਾਹੀਦਾ, ਬਟ ਉਹ ਰਿਜੈਕਟ ਕਰਤਾ ਸੀ। ਤੇ 2014 ਦੇ ਵਿੱਚ ਅਸਾਮ ਦੇ ਸੀਐਮ ਨੇ ਦੁਬਾਰਾ ਕਿਹਾ ਸੀ ਕਿ ਆਪਾਂ ਨੂੰ ਚਾਏ ਬਗਾਨ ਟਾਈਮ ਨਾਰਥ ਈਸਟਰਨ ਸਟੇਟਸ ਦੇ ਵਿੱਚ ਅਪਲਾਈ ਕਰਨਾ ਚਾਹੀਦਾ, ਬਟ ਸੈਂਟਰ ਗਵਰਨਮੈਂਟ ਨੇ ਉਹ ਵੀ ਰਿਜੈਕਟ ਕਰਤਾ ਸੀ। ਕਿਉਂ? ਜਿਹੜੇ ਟ੍ਰੇਡਰਸ ਨੇ ਜੇ ਉਹਨਾਂ ਨੇ ਮੰਨ ਲਓ ਗੁਜਰਾਤ ਤੋਂ ਨਾਰਥ ਈਸਟਰਨ ਸਟੇਟਸ ਦੇ ਵਿੱਚ ਜਾਣਾ ਤਾਂ ਜਿਹੜੀ ਉਹ ਮਲਟੀਪਲ ਟਾਈਮ ਜ਼ੋਨਸ ਨੇ ਉਹਨਾਂ ਨੂੰ ਐਡਜਸਟ ਕਰਨ ਦੇ ਵਿੱਚ ਡਿਫਿਕਲਟੀ ਆਉਂਦੀ ਸੀ। ਤੇ ਜਿਹੜੇ ਰੇਲ ਐਕਸੀਡੈਂਟਸ ਨੇ ਉਹ ਵੀ ਉਸ ਦੇ ਨਾਲ ਇਨਕਰੀਜ਼ ਹੋ ਸਕਦੇ ਨੇ, ਕਿਉਂਕਿ ਜਦੋਂ ਟਾਈਮ ਡਿਫਰੈਂਸ ਹੋਊਗਾ ਤਾਂ ਹਿਊਮਨ ਐਰਰ ਕਰਕੇ ਰੇਲ ਐਕਸੀਡੈਂਟਸ ਨੇ ਜਿਹੜੇ ਉਹ ਹੋ ਸਕਦੇ ਨੇ। ਨੈਕਸਟ ਆਪਾਂ ਨੇ ਡਿਸਕਸ਼ਨ ਕਰਨੀ ਆ ਸੀਜ਼ਨਸ ਦੀ। ਡਿਫਰੈਂਟ ਸੀਜ਼ਨਸ ਔਨ ਅਰਥ। ਅਰਥ ਕੀ ਆ ਆਪਣੀ 23.5 ਡਿਗਰੀ ਟਿਲਟਡ ਆ ਆਪਦੀ ਐਕਸਿਸ ਤੇ। ਉਸ ਦੀ ਵਜ੍ਹਾ ਕਰਕੇ ਕੀ ਹੁੰਦਾ ਆਪਣੀ ਅਰਥ ਦੇ ਡਿਫਰੈਂਟ ਸੀਜ਼ਨਸ ਆਉਂਦੇ ਨੇ ਤੇ ਜਿਹੜਾ ਲੈਂਥ ਆ ਡੇ ਤੇ ਨਾਈਟ ਦੀ ਉਹ ਵੀ ਕੀ ਹੁੰਦੀ ਆ ਵੇਰੀ ਕਰਦੀ ਆ। ਆਪਾਂ ਇਸ ਨੂੰ ਡਾਇਗਰਾਮ ਦੇ ਥਰੂ ਦੇਖਦੇ ਹਾਂ। ਆਪਣੇ ਕੋਲ ਡਾਇਗਰਾਮ ਆ ਅਰਥ ਦਾ। ਆ ਵੇਖੋ ਉਰੇ ਆਪਣੇ ਕੋਲ ਕੀ ਆ ਅਰਥ ਟਿਲਟਡ ਆਪਣੀ ਐਕਸਿਸ ਤੇ 23.5 ਡਿਗਰੀ। ਆ ਕੀ ਹੁੰਦਾ ਆਪਣੇ ਕੋਲ ਆਰਬਿਟਲ ਪਲੇਨ ਹੁੰਦਾ ਜਿਹੜਾ ਕੀ ਹੁੰਦਾ ਡੈਫੀਨੇਟਲੀ ਰਿਵੋਲਵ ਕਰਦੀ ਆ ਜਿਹਦੇ ਤੇ ਆਪਣੀ ਅਰਥ, ਉਹਨੂੰ ਆਪਾਂ ਕਹਿੰਦੇ ਆ ਆਰਬਿਟਲ ਪਲੇਨ। ਆਰਬਿਟਲ ਪਲੇਨ ਦੇ ਨਾਲ ਕਿੰਨਾ ਐਂਗਲ ਬਣਾਉਂਦੀ ਹੈ ਇਹ 66.5 ਡਿਗਰੀ। ਤੇ ਜਿਹੜੀ ਆ ਆਪਣੇ ਕੋਲ ਐਕਸਿਸ ਆ ਇਹਦੇ ਨਾਲ ਇਹ ਕਿੰਨਾ ਐਂਗਲ ਬਣਾਉਂਦੀ ਆ 23.5 ਡਿਗਰੀ ਟਿਲਟਡ ਆ ਆਪਦੀ ਐਕਸਿਸ ਤੇ। ਸੋ ਇਸ ਕਰਕੇ ਜਿਹੜੇ ਆਪਣੇ ਕੋਲ ਡੇ ਤੇ ਨਾਈਟ ਦੀ ਲੈਂਥ ਆ ਉਹ ਵੇਰੀ ਕਰਦੀ ਆ ਤੇ ਆਪਣੇ ਕੋਲ ਸੀਜ਼ਨਸ ਨੇ ਜਿਹੜੇ ਉਹ ਆਉਂਦੇ ਨੇ। When northern hemisphere is tilted towards the sun, as shown in figure below, or we can say the sun appears to move north after spring equinox 21st March and vertically overhead at Tropic of Cancer on 21st June. We have summer solstice. At Arctic Circle, sun never sets at midsummer, that is 21st June. ਉਰੇ ਥੋੜੀ ਕਰੈਕਸ਼ਨ ਕਰ ਲਿਓ 21st June ਆਊਗਾ ਤੇ ਆ ਵੀ ਥੋੜਾ ਜਿਹਾ ਕਰੈਕਟ ਕਰ ਲਿਓ। is known as land of midnight sun, is known as land of midnight sun। ਇਸ ਨੂੰ ਆਪਾਂ ਹੇਠਾਂ ਡਾਇਗਰਾਮ ਦੇ ਥਰੂ ਡਿਸਕਸ ਕਰਾਂਗੇ। by about 22nd December the sun is overhead at Tropic of Capricorn after autumn equinox, मतलब कि 22nd to 23rd September we have winter solstice। there is a darkness for the whole day on 22nd December at the Arctic Circle। ਆ ਵੇਖੋ ਆਪਾਂ ਡਾਇਗਰਾਮ ਦੇ ਥਰੂ ਦੇਖਦੇ ਹਾਂ। ਉਰੇ ਆਪਣੇ ਕੋਲ ਨਦਰਨ ਹੈਮੀਸਫੇਅਰ ਦੇਖੋ, ਅਰਥਾਤ ਜਿਹੜਾ ਆਪਣੇ ਕੋਲ ਨਦਰਨ ਹੈਮੀਸਫੇਅਰ ਆ ਉਹ ਕੀ ਆ ਟਿਲਟਡ ਆ ਸਨ ਦੀ ਤਰਫ। ਸੋ ਇੱਥੇ ਆਪਣੇ ਕੋਲ ਨਾਰਥ ਦੇ ਵਿੱਚ ਕੀ ਹੋਣਗੀਆਂ ਗਰਮੀਆਂ। ਆਪਾਂ ਕਹਿੰਦੇ ਨਾ ਕਿ ਗਰਮੀਆਂ ਦਾ ਸੀਜ਼ਨ ਆ ਗਿਆ, ਉਹ ਕਿਉਂ ਹੁੰਦਾ ਕਿਉਂਕਿ ਜਿਹੜਾ ਇਹ ਨਦਰਨ ਹੈਮੀਸਫੇਅਰ ਆ ਉਹ ਆਪਣਾ ਸਨ ਦੇ ਤਰਫ ਕੀ ਹੁੰਦਾ ਟਿਲਟਡ ਹੋਇਆ ਹੁੰਦਾ। ਸੋ ਇੱਥੇ ਆਪਣੇ ਕੋਲ ਕੀ ਆ ਜੀ ਨਾਰਥ ਦੇ ਵਿੱਚ ਆਪਣੇ ਕੋਲ ਗਰਮੀਆਂ ਹੁੰਦੀਆਂ ਨੇ ਤੇ ਸਾਊਥ ਦੇ ਵਿੱਚ ਕੀ ਹੁੰਦੀਆਂ ਨੇ ਸਰਦੀਆਂ। ਆਪਾਂ ਇਹਨੂੰ ਰੈਫਰੈਂਸ ਡੇਟ ਕੀ ਲੈ ਕੇ ਚੱਲਦੇ ਆ 21 ਜੂਨ। 21 ਜੂਨ ਆਪਾਂ ਰੈਫਰੈਂਸ ਡੇਟ ਲੈ ਕੇ ਚੱਲਦੇ ਹਾਂ ਤੇ ਇਹਨੂੰ ਆਪਾਂ ਕੀ ਕਹਿ ਦਿੰਦੇ ਆ ਸਮਰ ਸੋਲਸਟਾਈਸ। ਉਸ ਤੋਂ ਬਾਅਦ ਆਪਣੇ ਕੋਲ ਕਿਹੜਾ ਸੀਜ਼ਨ ਆਉਂਦਾ ਆਟਮ ਸੀਜ਼ਨ। ਆਟਮ ਕੀ ਹੁੰਦਾ ਆਪਣੇ ਕੋਲ ਪਤਝੜ। ਇਹ ਕਦੋਂ ਆਉਂਦਾ ਜਦੋਂ ਸਨ ਆ ਜਿਹੜਾ ਉਹ ਇਕੁਏਟਰ ਤੇ ਹੁੰਦਾ
ਉਦੋਂ ਆਪਣੇ ਕੋਲ ਇਕੁਇਨੋਕਸ ਦਾ ਮਤਲਬ ਕੀ ਹੁੰਦਾ, ਜਿਹੜਾ ਡੇ ਤੇ ਨਾਈਟ ਆ ਉਹਨਾਂ ਦੀ ਜਿਹੜੀ ਲੈਂਥ ਆ ਉਹ ਕੀ ਹੁੰਦੀ ਆ, ਸੇਮ ਹੁੰਦੀ ਆ। ਤੇ ਰੈਫਰੈਂਸ ਡੇਟ ਆਪਾਂ ਕੀ ਲੈ ਕੇ ਚੱਲਦੇ ਹਾਂ, 23 ਸਤੰਬਰ। ਇਸ ਵੇਲੇ ਜਿਹੜਾ ਸਨ ਆ ਉਹ ਕਿੱਥੇ ਹੁੰਦਾ, ਇਕੁਏਟਰ ਤੇ। ਤੇ ਜਦੋਂ ਨਾਰਥ ਹੈਮੀਸਫੀਅਰ ਸਨ ਦੀ ਤਰਫ ਟਿਲਟਡ ਹੁੰਦਾ, ਉਦੋਂ ਸਨ ਕਿੱਥੇ ਹੁੰਦਾ, 21 ਜੂਨ ਨੂੰ ਟ੍ਰੋਪਿਕ ਆਫ ਕੈਂਸਰ ਤੇ। ਨੈਕਸਟ ਆਪਣੇ ਕੋਲ ਆ ਜਾਂਦਾ ਵਿੰਟਰ ਸੋਲਿਸਟਾਈਸ। ਵਿੰਟਰ ਸੋਲਿਸਟਾਈਸ ਕੀ ਹੁੰਦਾ, ਜਦੋਂ ਆਪਣਾ ਜਿਹੜੀ ਅਰਥ ਆ ਉਸਦਾ ਸਦਰਨ ਹੈਮੀਸਫੀਅਰ ਸਨ ਦੀ ਤਰਫ ਟਿਲਟਡ ਹੁੰਦਾ, ਉਸ ਵੇਲੇ ਆਪਣੇ ਜਿਹੜਾ ਨਾਰਥ ਦੇ ਵਿੱਚ ਕੀ ਹੁੰਦੀਆਂ ਨੇ, ਸਰਦੀਆਂ, ਤੇ ਸਦਰਨ ਹੈਮੀਸਫੀਅਰ ਦੇ ਵਿੱਚ ਕੀ ਹੁੰਦੀਆਂ ਨੇ, ਗਰਮੀਆਂ। ਇਹਦੀ ਆਪਾਂ ਰੈਫਰੈਂਸ ਡੇਟ ਕੀ ਲੈ ਕੇ ਚੱਲਦੇ ਹਾਂ, 22 ਦਸੰਬਰ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਸਪਰਿੰਗ ਸੀਜ਼ਨ। ਸਪਰਿੰਗ ਸੀਜ਼ਨ ਕੀ ਹੁੰਦਾ ਆਪਣੇ ਕੋਲੇ, ਬਸੰਤ ਰੁੱਤ। ਇਹਦੀ ਆਪਾਂ ਰੈਫਰੈਂਸ ਡੇਟ ਕੀ ਲੈ ਕੇ ਚੱਲਦੇ ਹਾਂ, 21 ਮਾਰਚ। ਇਸ ਵੇਲੇ ਵੀ ਜਿਹੜਾ ਆਪਣਾ ਸਨ ਆ ਉਹ ਕਿੱਥੇ ਆ ਜਾਂਦਾ, ਇਕੁਏਟਰ ਤੇ ਆ ਜਾਂਦਾ। ਇਸ ਲਈ ਇੱਥੇ ਜਿਹੜਾ ਡੇ ਤੇ ਨਾਈਟ ਆ ਉਹਨਾਂ ਦੀ ਲੈਂਥ ਆ ਜਿਹੜੀ ਉਹ ਆਲਮੋਸਟ ਕੀ ਹੁੰਦੀ ਆ, ਸੇਮ ਹੁੰਦੀ ਆ। ਜਦ ਆਪਣੇ ਕੋਲ ਵਿੰਟਰ ਸੋਲਿਸਟਾਈਸ ਹੁੰਦਾ, ਉਸ ਵੇਲੇ ਸਨ ਕਿੱਥੇ ਹੁੰਦਾ, ਟ੍ਰੋਪਿਕ ਆਫ ਕੈਪਰੀਕੌਨ ਤੇ, ਸਦਰਨ ਹੈਮੀਸਫੀਅਰ ਦੇ ਵਿੱਚ ਟ੍ਰੋਪਿਕ ਆਫ ਕੈਪਰੀਕੌਨ ਤੇ ਸਨ ਹੁੰਦਾ ਵਿੰਟਰ ਸੋਲਿਸਟਾਈਸ ਦੇ ਵਿੱਚ। ਜਦ ਸਮਰ ਸੋਲਿਸਟਾਈਸ ਹੁੰਦਾ, ਉਦੋਂ ਸਨ ਕਿੱਥੇ ਹੁੰਦਾ, ਟ੍ਰੋਪਿਕ ਆਫ ਕੈਂਸਰ ਤੇ। ਇਕੁਇਨੋਕਸ ਵੇਲੇ ਸਨ ਕਿੱਥੇ ਹੁੰਦਾ, ਇਕੁਏਟਰ ਤੇ। ਆਪਾਂ ਉੱਪਰ ਇੰਟਰਨੈਸ਼ਨਲ ਡੇਟਲਾਈਨ ਦੇ ਬਾਰੇ ਡਿਸਕਸ ਕੀਤਾ ਸੀ, ਥੋੜੀ ਡਿਸਕਸ਼ਨ ਰਹਿ ਗਈ ਸੀ ਉਸ ਦੇ ਬਾਰੇ, ਉਹ ਆਪਾਂ ਵੀਡੀਓ ਦੇ ਐਂਡ ਦੇ ਵਿੱਚ ਦੇਖ ਰਹੇ ਹਾਂ। ਆ ਮੰਨ ਲਓ ਆਪਣੇ ਕੋਲ ਰਸ਼ੀਆ ਤੇ ਆ ਆਪਣੇ ਕੋਲ ਅਲਾਸਕਾ। ਰਸ਼ੀਆ ਤੇ ਅਲਾਸਕਾ। ਅਲਾਸਕਾ US ਦਾ ਪਾਰਟ ਆ, ਤੇ ਆ ਆਪਣੇ ਕੋਲ ਕੀ ਆ, ਇੰਟਰਨੈਸ਼ਨਲ ਡੇਟਲਾਈਨ ਆ। ਇਹ ਜਿਗਜੈਗ ਕਿਉਂ ਆ, ਕਿਉਂਕਿ ਇਹ ਕਿਸੇ ਲੈਂਡ ਮਾਸ ਦੇ ਥਰੂ ਪਾਸ ਨਹੀਂ ਹੁੰਦੀ, ਇਹ ਆਪਾਂ ਵਾਟਰ ਦੇ ਵਿੱਚ ਦੀ ਪਾਸ ਕਰਦੇ ਹਾਂ। ਕਿਉਂ, ਕਿਉਂਕਿ ਅਗਰ ਆਪਾਂ ਲੈਂਡ ਮਾਸ ਦੇ ਵਿੱਚ ਦੀ ਪਾਸ ਕਰਾਂਗੇ ਤਾਂ ਉੱਥੇ ਕੀ ਆ, ਇੱਕੋ ਰੀਜਨ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ 2 ਡੇਟ ਹੋਣਗੀਆਂ ਉਸ ਦਿਨ। ਸੋ ਇਹ ਪੋਸੀਬਲ ਨਹੀਂ ਨਾ ਹੋ ਸਕਦਾ, ਇਸ ਲਈ ਆਪਾਂ ਇਸ ਨੂੰ ਵਾਟਰ ਦੇ ਥਰੂ ਪਾਸ ਕਰਦੇ ਹਾਂ। ਹੁਣ ਮੰਨ ਲਓ ਆਪਣੇ ਕੋਲ ਅਲਾਸਕਾ ਦੇ ਵਿੱਚ 30 ਦਸੰਬਰ ਆ, 30 ਦਸੰਬਰ ਆਪਣੇ ਕੋਲੇ ਅਲਾਸਕਾ ਦੇ ਵਿੱਚ, ਤੇ ਰਸ਼ੀਆ ਦੇ ਵਿੱਚ ਕਿੰਨਾ ਆਪਣੇ ਕੋਲ 31 ਦਸੰਬਰ ਆ। ਜੇ ਆਪਾਂ ਅਲਾਸਕਾ ਤੋਂ ਰਸ਼ੀਆ ਦੇ ਵਿੱਚ ਜਾਵਾਂਗੇ ਤਾਂ ਆਪਾਂ ਇੱਕ ਦਿਨ ਕੀ ਕਰਦੇ ਹਾਂ, ਲੋਸਟ ਕਰਦੇ ਹਾਂ, ਆਪਾਂ ਖੋ ਦਿੰਦੇ ਹਾਂ ਇੱਕ ਦਿਨ। ਕਿਉਂ, ਕਿਉਂਕਿ ਆਪਣੇ ਕੋਲ ਜਿਹੜਾ ਅਲਾਸਕਾ ਦੇ ਵਿੱਚ ਆਪਣੇ 30 ਦਸੰਬਰ ਬਿਤਾਉਣਾ ਸੀ, ਉਹ ਤਾਂ ਆਲਰੇਡੀ ਰਸ਼ੀਆ ਦੇ ਵਿੱਚ ਬੀਤ ਚੁੱਕਿਆ, ਉਹ ਤਾਂ 31 ਦਸੰਬਰ ਆ ਗਿਆ ਰਸ਼ੀਆ ਦੇ ਵਿੱਚ। ਉਹ ਕੀ ਹੋ ਗਿਆ, ਆਪਣੇ ਕੋਲ ਲਾਸ ਹੋ ਗਿਆ। ਆਪਾਂ ਨੂੰ 30 ਦਸੰਬਰ ਬਿਤਾਉਣਾ ਮਿਲਣਾ ਨਹੀਂ ਕਿ ਜੇ ਆਪਾਂ ਅਲਾਸਕਾ ਟੂ ਰਸ਼ੀਆ ਚਲ ਜਾਵਾਂਗੇ, ਕਿਉਂਕਿ ਉਹ ਆਪਾਂ ਡੇਟ ਚੇਂਜ ਹੋ ਗਈ ਨਾ, 31 ਦਸੰਬਰ 'ਚ ਪਹੁੰਚ ਗਏ ਆਪਾਂ, 30 ਦਸੰਬਰ 'ਚ ਆਪਣਾ ਗਿਆ, ਉਹ ਤਾਂ ਲਾਸ ਹੋ ਗਿਆ। ਇਸ ਤਰ੍ਹਾਂ ਹੀ ਜੇ ਆਪਾਂ ਰਸ਼ੀਆ ਤੋਂ ਅਲਾਸਕਾ ਦੇ ਵਿੱਚ ਆਵਾਂਗੇ ਤਾਂ ਆਪਣੇ ਕੋਲ ਕੀ ਹੁੰਦਾ, ਇੱਕ ਦਿਨ ਦਾ ਗੇਨ ਹੁੰਦਾ। ਕਿਉਂ, ਕਿਉਂਕਿ ਆਪਣੇ ਰਸ਼ੀਆ ਦੇ ਵਿੱਚ ਵੀ 30 ਦਸੰਬਰ ਬਿਤਾ ਲਿਆ, ਤੇ ਆਪਾਂ ਨੂੰ ਦੁਬਾਰਾ ਫਿਰ ਅਲਾਸਕਾ ਦੇ ਵਿੱਚ 30 ਦਸੰਬਰ ਬਿਤਾਉਣਾ ਮਿਲ ਰਿਹਾ। ਇਸ ਲਈ ਆਪਣੇ ਕੋਲ ਕੀ ਆ, ਜਿਹੜਾ ਡੇ ਆ ਉਹ ਕੀ ਹੋ ਗਿਆ, ਗੇਨ ਹੋ ਗਿਆ। ਸੋ ਆਪਾਂ ਇਹਨੂੰ ਹੋਰ ਕੀ ਕਹਿ ਸਕਦੇ ਹਾਂ, ਜਿਵੇਂ ਕਿ ਆਪਾਂ ਈਸਟ ਟੂ ਵੈਸਟ ਜਾਂਦੇ ਹਾਂ ਤਾਂ ਆਪਣੇ ਕੋਲ ਕੀ ਹੁੰਦਾ, ਡੇ ਆ ਜਿਹੜਾ ਉਹ ਲੋਸਟ ਹੁੰਦਾ। ਠੀਕ ਹੈ ਜੀ। ਜੇ ਆਪਾਂ ਵੈਸਟ ਟੂ ਈਸਟ ਆਉਂਦੇ ਹਾਂ, ਤਾਂ ਆਪਣੇ ਕੋਲ ਕੀ ਹੁੰਦਾ, ਗੇਨ ਹੁੰਦਾ। Please like, subscribe and share my YouTube channel. Thank you.